ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਅੱਜ ਬਾਬਿਆਂ ਦਾ ਜਿਹੜਾ ਚੱਲਦਾ ਰਹਿੰਦਾ ਧੰਦਾ, ਜਿਹੜਾ ਬਾਬੇ ਬੇਵਕੂਫ ਬਣਾ ਕੇ, ਕਿਉਂਕਿ ਜ਼ਿਆਦਾਤਰ ਬਾਬਿਆਂ ਮਗਰ ਲੱਗਦੇ ਕੌਣ ਹੈ? ਉਹ ਲੋਕ ਲੱਗਦੇ ਨੇ ਜਿਨ੍ਹਾਂ ਦੀਆਂ ਇੱਛਾਵਾਂ ਬਹੁਤ ਹੁੰਦੀਆਂ। ਜਿਹੜੇ ਲੋਕਾਂ ਦੀਆਂ ਇੱਛਾਵਾਂ ਜ਼ਿਆਦਾ ਹੁੰਦੀਆਂ ਉਹਦੀ ਪੂਰਤੀ ਕਰਨੇ ਦੀ ਐਬਿਲਿਟੀ ਉਹਨਾਂ ਦੇ ਵਿੱਚ ਨਹੀਂ ਹੁੰਦੀ। ਉਹ ਜਦੋਂ ਉਹਨਾਂ ਦੇ ਵਿੱਚ ਪੂਰਤੀ ਕਰਨੇ ਦੀ ਐਬਿਲਿਟੀ ਨਹੀਂ ਹੁੰਦੀ, ਉਹਨਾਂ ਨੂੰ ਕੋਈ ਨਾ ਕੋਈ ਐਸਾ ਬੰਦਾ ਚਾਹੀਦਾ, ਕੋਈ ਐਸੀ ਸ਼ਕਤੀ ਚਾਹੀਦੀ ਜਿਹੜੀ ਉਹਨਾਂ ਦੇ ਸਾਧਨ ਦੀ ਰਿਸੋਰਸ ਦੀ ਪੂਰਤੀ ਕਰਾ ਸਕੇ। ਜਿਹੜੇ ਬਾਬੇ ਅੱਜ ਦੇ ਟਾਈਮ ਅੰਦਰ ਬੈਠੇ ਹੋਏ ਆ ਉਹ ਸਿਰਫ ਇਹ ਕਹਿੰਦੇ ਨੇ, ਭਰਾਵਾ ਤੁਹਾਡੀਆਂ ਇੱਛਾ ਹਰ ਪੂਰੀਆਂ ਕੀਤੀਆਂ ਜਾਣਗੀਆਂ, ਤੁਸੀਂ ਬਸ ਇਸ ਮੰਦਿਰ ਵਿੱਚ ਚਲ ਜਾਓ, ਉਸ ਧਾਰਮਿਕ ਸਥਾਨ ਤੇ ਚਲ ਜਾਓ, ਫਲਾਣੀ ਜਗ੍ਹਾ ਚਲ ਜਾਓ, ਤੁਸੀਂ ਇਹ ਕਰ ਲਓ, ਤੁਸੀਂ ਫਲਾਣਾ ਕਰ ਲਓ। ਉਹ ਜਿਹੜਾ ਸਾਡਾ ਜਿਹੜਾ ਸਟਰਕਚਰ ਜਿਹੜਾ ਬਣ ਕੇ ਰਹਿ ਗਿਆ, ਜ਼ਿਆਦਾਤਰ 60% ਉਹ ਲੋਕ ਨੇ ਜਿਹੜੇ ਬਾਬਿਆਂ ਦੇ ਕਰਮ ਕਾਂਡਾਂ ਦੇ ਵਿੱਚ ਫਸ ਕੇ, ਗਲਤ ਕੰਮਾਂ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਚੁੱਕੇ ਨੇ। ਕਈਆਂ ਬਾਬਿਆਂ ਨੇ ਜ਼ਿੰਦਗੀ ਬਰਬਾਦ ਕਰਤੀ ਹੈ ਉਹ ਲੋਕਾਂ ਦੀ ਜਿਹੜੇ ਉਹਨਾਂ ਦੇ ਮਗਰ ਲੱਗੇ ਸੀ। ਇਹ ਹਕੀਕਤ ਹੈ। ਜਿਹੜਾ ਮੁੰਡਾ ਨਸ਼ਾ ਕਰਦਾ, ਕਈ ਬਾਬੇ ਕਹਿੰਦੇ ਨੇ ਭਰਾਵਾ ਅਸੀਂ ਤਾਂ ਤੇਰੇ ਮੁੰਡੇ ਨੂੰ ਨਸ਼ੇ ਤੇ ਹਟਾ ਦਾਂਗੇ। ਭਰਾਵਾ ਕੋਈ ਨਹੀਂ ਹਟਾ ਸਕਦਾ। ਜਦੋਂ ਅਸੀਂ ਨਸ਼ਾ ਕਰਨਾ ਆਪ ਸ਼ੁਰੂ ਕਰਦੇ ਹਾਂ ਤੇ ਹਟ ਵੀ ਅਸੀਂ ਸਕਦੇ ਹਾਂ, ਆਪਣੇ ਆਪ ਨੂੰ ਹਟਾ ਵੀ ਅਸੀਂ ਸਕਦੇ ਹਾਂ। ਕੋਈ ਮਾਈ ਦਾ ਲਾਲ ਜੰਮਿਆ ਨਹੀਂ, ਕੋਈ ਧੱਕੇ ਨਾਲ ਕਿਸੇ ਨੂੰ ਪਿਆ ਦੇ ਤੇ ਧੱਕੇ ਨਾਲ ਕਿਸੇ ਦਾ ਨਸ਼ਾ ਛੁਡਾ ਦੇ, ਏਦਾਂ ਦਾ ਕੋਈ ਨਹੀਂ ਹੈਗਾ। ਜਿਹੜੇ ਬਾਬੇ ਆ, ਜਿਹੜਾ ਧੰਦਾ ਜਿਹੜਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿਹੜਾ ਧੰਦਾ ਚੱਲਦਾ, ਪਹਿਲੀ ਗੱਲ ਹੈ ਜਿਹੜੇ ਬਾਬਿਆਂ ਦੇ ਜਿਹੜੇ ਚੱਕਰ 'ਚ ਸਭ ਤੋਂ ਵੱਧ ਜਿਹੜੇ ਆਉਂਦੇ ਨੇ ਉਹ ਆਉਂਦੀਆਂ ਨੇ ਜਨਾਨੀਆਂ, ਔਰਤਾਂ। ਜਦੋਂ ਤੁਸੀਂ ਦੇਖਿਆ ਹੋਣਾ, ਮੈਂ ਕਿਉਂਕਿ ਅੱਜ ਥੋੜੀ ਖੁੱਲ੍ਹ ਕੇ ਗੱਲ ਕਰ ਦਿੰਦਾ, ਕਿਉਂਕਿ ਹਕੀਕਤ ਸਾਰਿਆਂ ਨੂੰ ਪਤਾ ਭਰਾਵਾ ਸੋਸ਼ਲ ਮੀਡੀਆ ਦਾ ਸਮਾਂ ਹੈ। ਅੱਜ ਦੇ ਟਾਈਮ ਦੇ ਰਿਸੋਰਸਿਸ ਬਹੁਤ ਹੈ ਤੇ ਹਰ ਗੱਲ ਜਿਹੜੀ ਹੈ ਦੂਰ ਦੂਰ ਤੇ ਲੋਕਾਂ ਦੇ ਮੋਬਾਈਲ 'ਚ ਆ ਰਹੀ ਹੈ ਤੇ ਲੋਕੀ ਦੇਖ ਰਹੇ ਆ। ਮੈਂ ਗੱਲ ਕਰਦਾ, ਅੱਜ ਸਭ ਤੋਂ ਜ਼ਿਆਦਾ ਮੈਂ ਗੱਲ ਕੀਤੀ ਸੀ ਕਿ ਜਿਹੜੀਆਂ ਜਨਾਨੀਆਂ ਉਹ ਬਾਬਿਆਂ ਦੇ ਚੱਕਰ 'ਚ ਜ਼ਿਆਦਾ ਆਉਂਦੀਆਂ। ਜਦੋਂ ਬਾਬੇ ਦੀ ਹਵਸ਼, ਕਈ ਬਾਬੇ ਜਿਹੜੇ ਆ ਜਨਾਨੀਆਂ ਨੂੰ ਫਸਾ ਕੇ ਆਪਣੀ ਗੱਲਾਂ 'ਚ ਫਸਾ ਕੇ, ਪਹਿਲਾਂ ਤਾਂ ਉਹਨੇ ਜਨਾਨੀਆਂ ਤੋਂ ਪੈਸਾ ਜੋੜੇ, ਘਰ 'ਚ ਗਹਿਣਾ ਗੱਟਾ ਸਭ ਕੁਝ ਮੰਗਵਾਈ ਜਾਣਾ, ਹੌਲੀ ਹੌਲੀ ਪੈਸਾ ਕਢਾਈ ਜਾਣਾ। ਫਿਰ ਹੌਲੀ, ਕਿਉਂਕਿ ਜਿਹੜੇ ਬਾਬੇ ਹੁੰਦੇ ਨੇ ਜਦੋਂ ਇਹਨਾਂ ਦੀਆਂ ਕਾਮ ਵਾਸ਼ਨਾ ਭਰਦੀਆਂ ਹੁੰਦੀਆਂ, ਕਾਮ ਵਾਸ਼ਨਾ ਜਦੋਂ ਇਹਨਾਂ ਦੀਆਂ ਹਾਈ ਹੁੰਦੀਆਂ, ਫਿਰ ਇਹ ਲੋਕੀ ਜਨਾਨੀਆਂ ਔਰ ਕੁੜੀਆਂ ਦੀਆਂ ਇੱਜ਼ਤਾਂ ਲੁੱਟਦੇ ਨੇ ਜਿਹੜੇ ਇਹਨਾਂ ਨੂੰ ਮੱਥਾ ਟੇਕਣ ਆਉਂਦੇ ਨੇ। ਤੁਸੀਂ ਇੱਕ ਚੀਜ਼ ਦੇਖੋ, ਨਕੋਦਰ ਵਾਲਾ ਬਾਬਾ ਸੀ, ਨਕੋਦਰ ਵਾਲਾ ਜਿਹਨੂੰ ਗੁਰਦਾਸ ਮਾਨ ਆਪਣਾ ਬਾਬਾ ਮੰਨੀ ਜਾਂਦਾ, ਉਹ ਭਗਤ ਮੰਨੀ ਜਾਂਦਾ, ਜਿਹੜਾ ਕਹਿੰਦਾ ਉਹ ਤਾਂ ਬਸ ਮਸਤ ਰਾਮ ਹੈ, ਮਸਤ ਹੈ ਉਹ ਬਾਬਾ। ਇਹੋ ਜਿਹੇ ਨੰਗੇ ਘੁੰਮੀ ਜਾਂਦੇ, ਨਾ ਇਹੋ ਜਿਹੇ ਨੂੰ ਪਤਾ ਅਸੀਂ ਕਿੱਥੇ ਬੈਠੇ ਹਾਂ। ਜਦ ਕਿ ਕੁਦਰਤ ਦਾ ਗਿਆਨ ਕਹਿੰਦਾ ਤੂੰ ਕੋਮਨ ਸੈਂਸ ਸਮਝ ਰੱਖ, ਸਰੀਰ ਮਿਲਿਆ ਕੱਪੜਾ ਪਾ ਲੈ ਰੇ, ਪਰ ਭਰਾਵਾ ਸਰੀਰ ਸ਼ਰੇਆਮ ਏਦਾਂ ਹੀ ਘੁੰਮੇ। ਕਈਆਂ ਤਾਂ ਇਹਨਾਂ ਤਾਂ ਕੱਛੇ ਵੀ ਨਹੀਂ ਪਾਏ ਹੁੰਦੇ, ਸ਼ਰੇਆਮ ਜਨਾਨੀਆਂ ਉਹਨਾਂ ਨੂੰ ਮੱਥੇ ਟੇਕਦੀਆਂ ਫਿਰਦੀਆਂ, ਉਹਨਾਂ ਦਾ ਲਿੰਗ ਸ਼ਰੇਆਮ ਹੀ ਦਿਖੀ ਜਾਂਦਾ। ਜਨਾਨੀਆਂ ਕਈਆਂ ਦਾ ਸਵਾਦ ਲੈਣ ਹੀ ਜਾਂਦੀਆਂ ਹੁੰਦੀਆਂ, ਉਹਨਾਂ ਦੇ ਦੇਖਣ ਨੂੰ ਹੀ ਜਾਂਦੀਆਂ। ਜਿਹੜਾ ਸ਼ਿਵਲਿੰਗ ਦਾ ਜਿਹੜਾ ਮੇਨ ਅਰਥ ਹੈ, ਅੱਜ ਮੈਂ ਤੁਹਾਨੂੰ ਅਰਥ ਸਾਫ਼ ਦੱਸ ਦਿੰਦਾ। ਜਿਹੜਾ ਸ਼ਿਵਲਿੰਗ ਦਾ ਜਿਹੜਾ ਅਰਥ ਹੈ, ਉਹ ਜਨਾਨੀਆਂ ਚਾਹੁੰਦੀਆਂ ਕਿ ਸਾਡੇ ਬੰਦੇ ਦਾ ਵੀ ਸ਼ਿਵ ਦੇ ਵਰਗਾ ਲਿੰਗ ਹੋਵੇ। ਜਿਹਦੇ ਵਿੱਚ ਉਹ ਲਿੰਗ ਪਿਆ ਹੁੰਦਾ ਉਹ ਹੁੰਦੀ ਯੋਨੀ, ਤੇ ਯੋਨੀ ਮਤਲਬ ਉਹ ਇਹ ਮੰਗਦੀਆਂ ਸਾਡੀ ਵੀ ਯੋਨੀ ਏਦਾਂ ਦੀ ਹੋਵੇ। ਅਸਲੀ ਅਰਥ ਤੁਸੀਂ ਸਮਝ ਗਏ ਹੋਣੇ ਕਿ ਇਹਦਾ ਅਰਥ ਕੀ ਹੈ। ਜਿਹੜਾ ਹਿੰਦੂਵਾਦ ਹੈ ਉਹ ਤਾਂ ਖੜਾ ਹੀ ਸੈਕਸੂਅਲ ਤੇ ਹੈ, ਕਿਉਂਕਿ ਉਹਨਾਂ ਦੇ ਜਿਹੜੇ ਧਰਮ ਗ੍ਰੰਥ ਜਿਹੜੇ ਲਿਖੇ ਹੋਏ ਨੇ ਹਿੰਦੂਆਂ ਦੇ, ਉਹ ਜ਼ਿਆਦਾਤਰ ਲਿਖੇ ਹੋਏ ਨੇ ਸੈਕਸੂਅਲ ਐਕਟੀਵਿਟੀਜ਼ ਤੇ, ਜਿਨ੍ਹਾਂ ਨੂੰ ਉਹ ਕਹਿੰਦੇ ਨੇ ਮਹਾ ਆਨੰਦ। ਤੇ ਇਹੋ ਜਿਹੇ ਲੋਕੀ ਜਿਹੜੇ ਹੈਗੇ ਆ, ਜਦੋਂ ਅਸੀਂ ਗੱਲ ਕਰਦੇ ਹਾਂ ਇਹੋ ਜਿਹਿਆਂ ਦਾ ਕੀ ਉਦਾਹਰ ਹੋਣਾ। ਅਸੀਂ ਇਹਦੇ ਵਿੱਚ ਅੱਜ ਜਦੋਂ ਤੁਸੀਂ ਸਾਇੰਸ ਪੜ੍ਹਦੇ ਹੋ, ਹਰ ਬੱਚਾ ਸਾਇੰਸ ਪੜ੍ਹ ਰਿਹਾ, ਸਕੂਲ ਜਾਂਦਾ ਹੈ, ਸਕੂਲ ਦੇ ਵਿੱਚ ਪ੍ਰੈਕਟੀਕਲਟੀ ਹੁੰਦੀ ਹੈ, ਪ੍ਰੈਕਟੀਕਲ ਹੋ ਰਿਹਾ, ਬੱਚਿਆਂ ਨੂੰ ਹਰ ਚੀਜ਼ ਜਿਹੜੀ ਹੈ ਸਮਝਾਈ ਜਾ ਰਹੀ ਹੈ। ਜਿਹੜੇ ਅਸੀਂ ਆਮ ਗੱਲਾਂ ਨਹੀਂ ਕਰ ਸਕਦੇ ਸੀ, ਮਾਂ ਪਿਓ ਦੇ ਸਾਹਮਣੇ ਨਹੀਂ ਕਰ ਸਕਦੇ ਸੀ, ਜਾਂ ਮਾਂ-ਬਾਪ ਬੱਚਿਆਂ ਨਾਲ ਨਹੀਂ ਕਰ ਸਕਦੇ ਸੀ, ਜਿਹੜੀਆਂ ਚੀਜ਼ਾਂ ਅਸੀਂ ਅੱਜ ਦੇ ਟਾਈਮ ਦੇ ਅੰਦਰ ਸ਼ਰੇਆਮ ਬੱਚਿਆਂ ਮਾਂ-ਬਾਪ ਦੇ ਸਾਹਮਣੇ ਨਹੀਂ ਦੇਖ ਸਕਦੇ ਸੀ, ਉਹ ਚੀਜ਼ਾਂ ਸਕੂਲਾਂ ਦੇ ਵਿੱਚ ਸਾਇੰਸ ਦੇ ਰੂਪ ਦੇ ਵਿੱਚ ਸ਼ਰੇਆਮ ਪੜ੍ਹਾਈਆਂ ਜਾ ਰਹੀਆਂ। ਕਾਰਨ ਜਿਹੜਾ ਹੈਗਾ ਉਹ ਹੈ ਸਮਝਣ ਦਾ, ਉਹ ਹੈ ਗਿਆਨ ਦਾ। ਅੱਜ ਦੇਖੋ ਤੁਸੀਂ ਇੱਕ ਚੀਜ਼ ਦੇਖੋ, ਕਈ ਲੋਕੀ ਗਲਤ ਵੀ ਸਮਝਣਗੇ, ਸਮਝੀ ਜਾਇਓ ਭਰਾਵਾ, ਤੁਹਾਡੀ ਜ਼ਿੰਦਗੀ ਹੈ, ਚਾਹੇ ਗਾਲਾਂ ਕੱਢਣੀਆਂ ਕੱਢੀ ਵੀ ਜਾਇਓ, ਮੈਨੂੰ ਕੋਈ ਫਰਕ ਨਹੀਂ ਪੈਣੇ ਵਾਲਾ, ਕਿਉਂਕਿ ਮੈਂ ਤਾਂ ਆਪਣੀ ਗੱਲ ਕਰੂੰਗਾ
ਜਿੱਥੇ ਇੰਨਾ ਸਮਾਂ ਜਿਹੜਾ ਐਡਵਾਂਸ ਹੋ ਚੁੱਕਿਆ, ਇੰਨਾ ਅੱਗੇ ਵੱਧ ਰਿਹਾ। ਗੱਲ ਕਰਨੀ ਬਹੁਤ ਜ਼ਰੂਰੀ ਹੈ। ਜੇ ਗੱਲ ਨਾ ਕੀਤੀ ਜਾਵੇ ਤੇ ਅੱਗੇ ਜੇ ਮੈਨੂੰ ਕੋਈ ਚੀਜ਼ ਸਮਝ ਆ ਗਈ, ਉਹਨੂੰ ਅੱਗੇ ਦੱਸਣਾ ਚਾਹੀਦਾ, ਉਹਨੂੰ ਸ਼ੇਅਰ ਕਰਨਾ ਚਾਹੀਦਾ। ਇਹ ਮੈਂ ਸਮਝਦਾ। ਅਸੀਂ ਸਾਰੇ ਸਕੂਲ ਗਏ ਹੋਏ ਹਾਂ, ਸਾਇੰਸ ਵੀ ਪੜ੍ਹੇ ਹੋਏ ਹਾਂ। ਜਿਹੜਾ ਸਾਇੰਸ ਹੁੰਦਾ ਨਾ, ਤੁਸੀਂ ਇੱਕ ਚੀਜ਼ ਦੇਖੋ, ਜਦੋਂ ਬੱਚਾ ਹੁੰਦਾ ਨਾ, ਬੱਚਾ ਹੋਣ ਤੋਂ ਜਿਹੜੇ ਜਨਾਨੀ ਦੇ ਵਾਲ ਹੁੰਦੇ ਆ, ਉਹ ਅਗਰ ਨਹੀਂ ਕੱਟੇ ਜਾਣਗੇ, ਜਦੋਂ ਬੱਚਾ ਹੋਣੇ ਦੀ ਐਕਟੀਵਿਟੀਜ਼ ਹੋਏਗੀ, ਉਦੋਂ ਜਨਾਨੀ ਨੂੰ ਬਹੁਤ ਦਰਦ ਦਾ ਬਰਦਾਸ਼ਤ ਕਰਨਾ ਪਏਗਾ। ਇਹਦਾ ਮੁੱਖ ਕਾਰਨ ਕੀ ਹੋਏਗਾ? ਜਦੋਂ ਬੱਚਾ ਹੋਏਗਾ, ਉਦੋਂ ਜਨਾਨੀ ਦੇ ਜਿਹੜੇ ਜਿੱਦਾਂ ਮੰਨ ਲਓ ਸੈਕਸੁਅਲ ਐਕਟੀਵਿਟੀਜ਼ ਵੀ ਚੱਲਦੀਆਂ ਨੇ, ਉਦੋਂ ਵੀ ਜਨਾਨੀ ਨੂੰ ਵਾਲ ਕੱਟਣੇ ਪੈਂਦੇ ਆ, ਕਿਉਂਕਿ ਅਗਰ ਉਹ ਵਾਲ ਨਾ ਕੱਟੇ ਤਾਂ ਉਹਦੇ ਨਾਲ ਉਹਨੂੰ ਪੇਨ ਬਹੁਤ ਹੋਣਾ, ਦਰਦ ਬਹੁਤ ਹੋਣਾ ਹੈ। ਜੇ ਇਹ ਚੀਜ਼ਾਂ ਜਿਹੜੀਆਂ ਅਸੀਂ ਜਿੱਦਾਂ ਅਸੀਂ ਕਹਿੰਦੇ ਆ ਭਰਾਵਾ, ਜਿਹੜਾ ਸੈਕਸ ਹੈ, ਕਿਉਂਕਿ ਸਾਡੇ ਸਮਾਜ ਦੇ ਵਿੱਚ ਨਾ ਤਾਂ ਸੈਕਸ ਤੇ ਗੱਲ ਕੀਤੀ ਜਾਂਦੀ ਹੈ, ਸੈਕਸ ਐਕਟੀਵਿਟੀਜ਼ ਤੇ ਗੱਲ ਕੀਤੀ ਹੀ ਨਹੀਂ। ਉਹਦਾ ਕਾਰਨ ਕੀ ਹੁੰਦਾ? ਕਿਉਂਕਿ ਗਿਆਨ ਜਿਹੜਾ ਹੈਗਾ ਹੈ, ਉਹ ਜਿਹੜੀ ਸਮਝ ਹੈ, ਗਿਆਨ ਕਹਿੰਦਾ ਹਰ ਚੀਜ਼ ਨੂੰ ਸਮਝ। ਗੋਰੇ ਲੋਕੀ ਇਸ ਚੀਜ਼ ਨੂੰ ਸਮਝ ਚੁੱਕੇ ਆ, ਇਸ ਕਰਕੇ ਉਹ ਲੋਕੀ ਤਾਂ ਹਰ ਚੀਜ਼ ਨੂੰ ਡੀਪਲੀ ਸਮਝਦੇ ਹੋਏ ਗਿਆਨ ਨੂੰ ਸਮਝ ਕੇ ਅੱਗੇ ਵੱਧ ਰਹੇ ਆ। ਉਹਨੇ ਜਿੱਥੇ ਆਪਣੇ ਰਿਸ਼ਤਿਆਂ ਬਾਰੇ ਸਮਝ ਲਿਆ, ਬਿਹੇਵੀਅਰ ਬਾਰੇ ਸਮਝ ਲਿਆ, ਰਿਲੇਸ਼ਨਸ਼ਿਪ ਬਾਰੇ ਸਮਝ ਲਿਆ, ਅਸੀਂ ਤਾਂ ਉੱਥੇ ਤੱਕ ਪਹੁੰਚੇ ਨਹੀਂ ਹਾਂ ਤਾਂ ਅਸੀਂ ਧਰਮ 'ਚ ਬੇਫਸੇ ਹੋਏ ਹਾਂ। ਜਦੋਂ ਤੱਕ ਅਸੀਂ ਧਰਮ ਤੋਂ ਬਾਹਰ ਨਿਕਲਾਂਗੇ, ਉਦੋਂ ਹੀ ਇਹ ਚੀਜ਼ਾਂ ਸਾਨੂੰ ਸਮਝ ਆਉਣੀਆਂ। ਜਦੋਂ ਤੱਕ ਅਸੀਂ ਧਰਮ 'ਚ ਹੀ ਫਸੇ ਰਹਾਂਗੇ, ਉਦੋਂ ਤੱਕ ਇਹ ਚੀਜ਼ਾਂ ਨਹੀਂ ਸਮਝ ਆਉਣੀਆਂ। ਹੁਣ ਗੱਲ ਕਰਦੇ ਹਾਂ ਅਸੀਂ ਜਿਹੜੀਆਂ ਜਿੱਦਾਂ ਬੱਚਾ ਜਿਹੜਾ ਕੋਈ ਔਰਤ ਬੱਚੇ ਨੂੰ ਜਨਮ ਦਿੰਦੀ ਹੈ, ਉਦੋਂ ਇਹ ਮੰਨ ਲਓ ਉਹਨੂੰ, ਕਿਉਂਕਿ ਔਰਤ ਨੂੰ ਸਾਰਾ ਕੁਝ ਪਤਾ ਹੁੰਦਾ। ਇੱਕ ਨੈਚੁਰਲ ਦਰਦ ਹੁੰਦਾ ਜਿਹੜਾ ਬੱਚਾ ਪੈਦਾ ਹੋਣਾ ਹੁੰਦਾ, ਕਿਉਂਕਿ ਉਹਨੇ ਬਾਹਰ ਆਉਣਾ ਹੁੰਦਾ, ਇੱਕ ਉਹ ਨੈਚੁਰਲ ਦਰਦ ਹੈ। ਇੱਕ ਹੈ ਵਾਲ, ਜਿਹੜੇ ਵਾਲ ਫਸਦੇ ਆ, ਜਦੋਂ ਵਾਲ ਫਸਦੇ ਆ ਤੇ ਦਰਦ ਬਹੁਤ ਹੁੰਦਾ। ਇਸ ਕਰਕੇ ਜਿਹੜੇ ਸਾਡੇ ਅੱਜ ਦੇ ਜਿਹੜੇ ਬਾਬੇ ਨੇ, ਉਹ ਕਹਿੰਦੇ ਨੇ ਭਰਾਵਾ ਕੇਸ ਨਹੀਂ ਕੱਟਣੇ ਚਾਹੀਦੇ, ਕੇਸ ਕੱਟ ਲਏ ਤੇ ਤੁਸੀਂ ਗੁਰੂ ਦੇ ਸਿੱਖ ਨਹੀਂ ਹੈਗੇ। ਭਰਾਵਾ ਇਹਨਾਂ ਦੀਆਂ ਜਨਾਨੀਆਂ ਆਪ ਕੇਸ ਕੱਟਦੀਆਂ ਫਿਰਦੀਆਂ, ਵੈਕਸੀਨ ਕਰਾਉਂਦੀਆਂ ਫਿਰਦੀਆਂ, ਪਤਾ ਨਹੀਂ ਕਿਆ ਕਰਦੀਆਂ ਫਿਰਦੀਆਂ, ਦੂਏ ਨੂੰ ਇਹ ਮੱਤ ਦਿੰਦੇ ਫਿਰਦੇ ਆ। ਇਹੋ ਜਿਹੇ ਬਾਬੇ ਜਿਹੜੇ ਹੈਗੇ ਨੇ ਸਿਰਫ ਠਰਕ ਭੋਰਦੇ ਨੇ, ਇਹ ਜਨਾਨੀਆਂ ਨਾਲ ਗਲਤ ਕਰਦੇ ਨੇ। ਜਨਾਨੀਆਂ ਨੂੰ ਵੀ ਭਰਾਵਾ ਅਕਲ ਚਾਹੀਦੀ ਹੈ ਕਿ ਇਹੋ ਜਿਹੇ ਬਾਬਿਆਂ ਤੇ ਸਾਵਧਾਨ ਹੋ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਓ। ਜਿੰਨਾ ਟਾਈਮ ਤੁਸੀਂ ਬਾਬਿਆਂ ਦੇ ਡੇਰੇ ਜਾ ਕੇ ਲਾ ਰਹੇ ਹੋ, ਤੁਸੀਂ ਕੁਝ ਨਵਾਂ ਕੋਰਸ ਕਰ ਲਓ, ਕੁਝ ਪੜ੍ਹ ਲਿਖ ਲਓ। ਜੇ ਤੁਸੀਂ ਪੜ੍ਹ ਲਿਖ ਕੁਝ ਨਵਾਂ ਸਿੱਖ ਲਓ, ਤੁਸੀਂ ਆਪਣੇ ਘਰਾਂ ਦੇ ਕੰਮ ਕਰ ਲਓ। ਜੇ ਤੁਸੀਂ ਪੜ੍ਹ ਨਹੀਂ ਸਕਦੀਆਂ, ਕੁਝ ਘਰ ਹਾਊਸ ਵਾਈਫ ਹੈ ਤੇ ਘਰਾਂ ਦਾ ਹੀ ਕਰ ਲਓ। ਕੋਈ ਨਵੀਂ ਡਿਸ਼ ਬਣਾਉਣੀ ਸਿੱਖ ਲਓ, ਆਪਣੇ ਘਰ ਵਾਲੇ ਨੂੰ ਬਣਾ ਕੇ ਖਵਾ ਲਓ, ਜਿਹਦੇ ਨਾਲ ਪਿਆਰ ਵਧਣਾ ਤੁਹਾਡਾ। ਜਾ ਕੇ ਬਾਬੇ ਦੇ ਡੇਰੇ ਬਹਿ ਜਾਂਦੀਆਂ, ਜਦ ਬਾਬੇ ਨੂੰ ਮੌਕਾ ਮਿਲਦਾ ਤੇ ਬਾਬਾ ਰਗੜ ਦਿੰਦਾ ਜਨਾਨੀਆਂ ਨੂੰ, ਫਿਰ ਇਹ ਚੀਕਾਂ ਮਾਰਦੀਆਂ ਕਿ ਬਾਬਿਆਂ ਨੇ ਸਾਡੀ ਇੱਜ਼ਤ ਲੁੱਟ ਲਈ। ਹੁਣ ਜਿਹੜਾ ਸਭ ਤੋਂ ਵੱਧ ਜਿਹੜਾ ਢਾਂਚਾ ਸਾਡੇ ਸਮਾਜ ਦੇ ਵਿੱਚ ਬਣਿਆ ਹੋਇਆ, ਉਹ ਬਣਿਆ ਹੋਇਆ ਬਾਬਿਆਂ ਦਾ, ਜਿਨੇ ਅੱਜ ਤੱਕ ਬਾਬਿਆਂ ਨੇ ਧਰਮ ਦੇ ਨਾਂ ਤੇ, ਕਰਮ ਕਾਂਡ ਮਨੋਤਾਂ ਦੇ ਨਾਂ ਤੇ ਜਿੰਨੇ ਬਲਾਤਕਾਰ ਹੋਏ ਹੈ, ਉਹਨੇ ਕਦੇ ਨਹੀਂ ਹੋਏ। ਕਿਉਂਕਿ ਜਿਹੜਾ ਧਰਮ ਸਾਨੂੰ ਅੱਜ ਤੱਕ ਦਿੱਤਾ ਗਿਆ, ਉਹ ਪੁਜਾਰੀਵਾਦ ਦਿੱਤਾ ਗਿਆ। ਪੁਜਾਰੀ ਨੇ ਆਪਣੇ ਸਵਾਰਥ ਲਈ ਹਰ ਤਰ੍ਹਾਂ ਦਾ ਕਰਮ ਕਾਂਡ ਕੀਤਾ। ਉਹਨੂੰ ਪੁਜਾਰੀ ਨੂੰ ਇਹ ਚੀਜ਼ ਦਾ ਪਤਾ ਹੈ ਕਿ ਜਿਹੜਾ ਮੈਂ ਰੱਬ ਸਮਾਜ ਨੂੰ ਦੇ ਰਿਹਾ, ਉਹ ਰੱਬ ਕਿਤੇ ਨਹੀਂ ਹੈਗਾ, ਪਰ ਉਹਨੇ ਸਮਾਜ ਨੂੰ ਉਹ ਰੱਬ ਇਸ ਕਰਕੇ ਦਿੱਤਾ ਹੋਇਆ ਕਿਉਂਕਿ ਲੋਕਾਂ ਦੇ ਦਿਮਾਗ 'ਚ ਡਰ ਬਿਠਾ ਰੱਖਿਆ। ਤੁਸੀਂ ਇੱਕ ਚੀਜ਼ ਦੇਖੋ, ਹਿੰਦੂਆਂ ਦੇ ਵਿੱਚ ਵਰਤ ਹੁੰਦੇ ਆ, ਨਰਾਤਰੇ ਰੱਖਦੇ ਆ, ਵਰਤ ਰੱਖਦੇ ਆ, ਕਿੰਨਾ ਕੁਛ ਕਰੀ ਜਾਂਦੇ ਆ, ਹਨਾ। ਭੁੱਖੇ ਰਹਿ ਕੇ, ਜੇ ਤਾਂ ਤੁਸੀਂ ਭੁੱਖੇ ਇਸ ਲਈ ਰਹੋ ਕਿ ਮੇਰਾ ਭਰਾਵਾ ਮੋਟਾਪਾ ਵਧਿਆ ਹੋਇਆ, ਚਲੋ ਮੰਨ ਲਓ ਕਿਸੇ ਜਨਾਨੀ ਦਾ ਮੋਟਾਪਾ ਵਧਿਆ ਹੋਇਆ, ਡਾਕਟਰ ਨੇ ਕਿਹਾ ਹੋਇਆ ਭਾਰਾ ਤੁਸੀਂ ਹਫ਼ਤੇ 'ਚ ਇੱਕ ਦਿਨ ਭੁੱਖਾ ਰਹਿ ਲਓ, ਲੀਵਰ ਨੂੰ ਵੀ ਵਧੀਆ ਚੈਨ ਮਿਲੇਗਾ ਤੇ ਤੁਹਾਡਾ ਜਿਹੜਾ ਸਰੀਰ ਹੈ ਉਹ ਵੀ ਵਧੀਆ ਹੋਊਗਾ, ਤਾਂ ਠੀਕ ਹੈ। ਪਰ ਇਹ ਲੋਕੀ ਰੱਬ ਨੂੰ ਹੀ ਖੁਸ਼ ਕਰਨ ਲਈ ਭੁੱਖੇ ਬੈਠੇ ਹੋਏ ਨੇ। ਜਿਹੜੇ ਲੋਕੀ ਇਹੋ ਜਿਹੇ ਰੱਬ ਨੂੰ ਖੁਸ਼ ਕਰਨ ਲਈ ਭੁੱਖੇ ਬੈਠਦੇ ਨੇ, ਰੱਬ ਐਵੇਂ ਕੁਛ ਨਹੀਂ ਹੁੰਦਾ। ਜੇ ਗੁਰਬਾਣੀ ਦਾ ਅਰਥ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਛੋਡੇ ਅੰਡ ਕਰੇ ਪਖੰਡ। ਇਹ ਅੰਨ ਛੱਡ ਕੇ ਤੂੰ ਪਖੰਡ ਕਰਨ ਲੱਗਿਆ ਆ, ਤੇ ਐਦਾਂ ਕਿਹੜਾ ਰੱਬ ਖੁਸ਼ ਕਰਨ ਲੱਗਿਆ ਡੇ ਤੂੰ? ਕਿਹੜਾ ਰੱਬ ਖੁਸ਼ ਕਰ ਲਏਗਾ ਤੂੰ ਐਦਾਂ ਅੰਨ ਛੱਡ ਕੇ? ਜਿਹੜਾ ਅੰਨ ਹੈ ਉਹ ਵੀ ਸਾਨੂੰ ਕੁਦਰਤ ਦੇ ਨਿਯਮਾਂ ਵਿੱਚ ਮਿਲਿਆ, ਅਸੀਂ ਵੀ ਕੁਦਰਤ ਦੇ ਨਿਯਮਾਂ ਵਿੱਚ ਸਾਡਾ ਸਰੀਰ ਚੱਲ ਰਿਹਾ। ਮੈਂ ਬੋਲ ਰਿਹਾ ਇਹ ਵੀ ਕੁਦਰਤ ਦਾ ਨਿਯਮ ਹੈ, ਹਰ ਚੀਜ਼ ਕੁਦਰਤ ਦਾ ਨਿਯਮ ਹੈ। ਸਾਇੰਟਿਸਟਾਂ ਨੇ ਇਸ ਨਿਯਮ ਨੂੰ ਸਮਝ ਕੇ ਗਾਡਾਂ ਕੱਢ ਲਈਆਂ। ਜਿਹਨੇ ਹਵਾ ਨੂੰ ਸਮਝ ਲਿਆ, ਉਹਨੇ ਹਵਾ ਨੂੰ ਟਾਇਰਾਂ ਦੇ ਅੰਦਰ ਬੰਦ ਕਰਤਾ। ਜਿਹਨੇ ਅੱਗ ਨੂੰ ਸਮਝ ਲਿਆ, ਉਹਨੇ ਗੱਡੀ ਦੇ ਵਿੱਚ ਅੱਗ ਨੂੰ ਬੰਦ ਕਰਤਾ। ਇੰਜਣ 'ਚ ਅੱਗੇ ਹੀ ਹੁੰਦੀ ਆ,
ਜਿਹਦੇ ਤੇਲ ਨੂੰ ਸਮਝਿਆ ਉਹਨੇ ਗੱਡੀ 'ਚ ਤੇਲ ਪਾ ਕੇ ਇਹਨੂੰ ਪੈਟਰੋਲ ਦਾ ਇੱਕ ਉਹ ਸਮਝ ਲਿਆ ਜਰੀਆ ਬਣਾਤਾ। ਕਹਿਣ ਦਾ ਮਤਲਬ ਸਾਡੇ ਆੜੇ ਜਿਹੜੇ ਨਿਕੰਮੇ ਵਿਹਲੜ ਆਲਸੀ ਤੁੱਕਾ ਤੋੜ ਕੇ ਰਾਜੀ ਨਹੀਂ, ਇਹੋ ਜਿਹੇ ਲੋਕ ਜਿਹੜੇ ਹੈਗੇ ਨੇ ਸਿਰਫ ਜਿਨ੍ਹਾਂ ਦੇ ਡੇਰੇ ਤੇ ਜਨਾਨੀਆਂ ਜਾਂਦੀਆਂ ਨੇ, ਬਾਬਾ ਜੀ ਸਾਡਾ ਇਹ ਕੰਮ ਕਰ ਦਿਓ, ਫਲਾਣਾ ਕਰ ਦਿਓ। ਜਦ ਬਾਬਾ ਕਾਮ ਬਾਸ਼ਨਾ 'ਚ ਆਉਂਦਾ ਫਿਰ ਬਾਬਾ ਇਹਨਾਂ ਦਾ ਹੀ ਕੰਮ ਕਰ ਦਿੰਦਾ। ਅਸਲ 'ਚ ਮੈਂ ਗੱਲ ਇਹੋ ਜਿਹੀ ਇਸ ਕਰਕੇ ਕਰਨਾ ਕਿਉਂਕਿ ਇਹ ਗੱਲਾਂ ਕਰਨੀਆਂ ਜ਼ਰੂਰੀ ਹੈ। ਅੱਜ ਦੇ ਟਾਈਮ ਦੇ ਵਿੱਚ ਇਹ ਗੱਲਾਂ ਹੋਣੀਆਂ ਜ਼ਰੂਰੀ ਹੈ। ਇਸ ਕਰਕੇ ਇਹ ਹਕੀਕਤ ਹੈ। ਆਏ ਦਿਨ ਅਖਬਾਰਾਂ 'ਚ ਤੁਸੀਂ ਦੇਖਦੇ ਨਹੀਂ ਹੈ ਫਲਾਣੇ ਬਾਬੇ ਨੇ ਫਲਾਣਾ ਚੰਨ ਚੜਾਇਆ, ਫਲਾਣੀ ਜਨਾਨੀ ਨੇ ਉਹਦੇ ਤੇ ਕੇਸ ਕਰਤਾ, ਬਾਬਾ ਫਰਾਰ ਹੋ ਜਾਂਦਾ। ਇਹਦੇ ਬਾਅਦ ਜਿਹੜੇ ਸਾਡੇ ਜਿਹੜੇ ਗ੍ਰੰਥੀ ਵੀ ਨੇ, ਅਸੀਂ ਜਿਨ੍ਹਾਂ ਨੂੰ ਗੁਰਦੁਆਰੇ ਰੱਖਦੇ ਨੇ, ਜਿਨ੍ਹਾਂ ਨੂੰ ਬਾਬਾ ਜਨਾਨੀਆਂ ਪਹਿਲਾਂ ਤਾਂ ਗੁਰਦੁਆਰੇ ਜਾਂਦੀਆਂ ਨੇ, ਬਾਬਾ ਜੀ ਸਤਿ ਸ੍ਰੀ ਅਕਾਲ, ਬਾਬਾ ਜੀ ਤੁਸੀਂ ਕੱਲ ਆਏ ਨਹੀਂ। ਜਦ ਬਾਬਾ ਬਾਬਾ ਵੀ ਅੱਗੇ ਤੇ ਫੀਲਿੰਗ ਜੀ ਲੈ ਕੇ ਹੱਸ ਕੇ ਬੋਲਦਾ, ਗ੍ਰੰਥੀ ਵੀ ਮੈਂ ਕੱਲ ਗਿਆ ਹੋਇਆ ਸੀ ਇਸ ਕਰਕੇ ਮੈਂ ਆ ਨਹੀਂ ਸਕਿਆ। ਤੇ ਇਸ ਕਰਕੇ ਭਰਾਵਾ ਜੇ ਤੁਸੀਂ ਗੁਰਦੁਆਰੇ ਜਾਂਦੇ ਹੋ ਆਪਣਾ ਸਿਰਫ ਗਿਆਨ ਲੈਣ ਤੱਕ ਮਤਲਬ ਰੱਖੋ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਨਮਸਤਕ ਕਰਦੇ ਹਾਂ। ਉਹ 35 ਮਹਾਂਪੁਰਖਾਂ ਦੀ ਬਾਣੀ ਹੈ, ਉਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਕੇ ਤੇ ਸਮਾਜ ਨੂੰ ਸੋਹਣਾ ਬਣਾਉਣਾ। ਇਹ ਜਿਹੜੇ ਬਾਬੇ ਨੇ ਅੱਜ ਵੀ ਜਿਹੜੇ ਗ੍ਰੰਥੀ ਨੇ ਉਹ ਸੱਚਾਈ ਨਹੀਂ ਦੱਸਦੇ ਕਿਉਂਕਿ ਉਹਨਾਂ ਦਾ ਧੰਦਾ ਬੰਦ ਹੋ ਜਾਣਾ। ਜੇ ਉਹਨਾਂ ਨੇ ਅਸਲ ਸੱਚਾਈ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਉਹ ਦੱਸਤਾ ਤੇ ਉਹਨਾਂ ਦਾ ਧੰਦਾ ਬੰਦ ਹੋ ਜਾਣਾ। ਉਹਨਾਂ ਨੂੰ ਅਰਦਾਸਾਂ ਵਿੱਚ ਪੈਸੇ ਕਿਹਨੇ ਦੇਣੇ, ਗੋਲਕ 'ਚ ਪੈਸੇ ਕਿਹਨੇ ਪਾਣੇ, ਜਿਹੜੇ ਉਹਨਾਂ ਨੂੰ ਕੀਰਤਨ ਤੇ ਪੈਸੇ ਬਣਦੇ ਉਹ ਕਿਹਨੇ ਦੇਣੇ, ਜਿਹੜਾ ਚੜਾਵਾ ਚੜਨਾ ਹੈ ਉਹ ਕਿੱਥੋਂ ਚੜਨਾ ਜੇ ਅਸਲੀਅਤ ਦੱਸਦੀ। ਇਸ ਕਰਕੇ ਭਰਾਵਾ ਇਹ ਅਸਲੀਅਤ ਲੁਕੋ ਕੇ ਰੱਖਦੇ ਨੇ। ਇਹਨਾਂ ਨੂੰ ਪਤਾ ਸਾਰਾ ਹੁੰਦਾ ਬਸ ਇੱਕ ਧੰਦਾ ਹੈ। ਇਹ ਧੰਦਾ ਜਦੋਂ ਤੱਕ ਅਸੀਂ ਗੈਰ ਕੁਦਰਤੀਆਂ ਗੱਲਾਂ ਸੁਣਾ ਕੇ ਲੋਕਾਂ ਦੇ ਮਨਾਂ 'ਚ ਪਾ ਕੇ ਲੋਕਾਂ ਨੂੰ ਅਦਰ ਡਿਪੈਂਡ ਕਰਾਂਗੇ, ਪੁਜਾਰੀ ਵਾਲੇ ਰੱਬ ਨਾਲ ਜੋੜਾਂਗੇ, ਜਦ ਤੱਕ ਸਾਡਾ ਕੁਝ ਨਹੀਂ ਹੋ ਸਕਦਾ। ਇਸ ਕਰਕੇ ਆਓ ਆਪਣੀ ਜ਼ਿੰਦਗੀ ਵਧੀਆ ਬਣਾਈਏ, ਆਪਣੇ ਆਪ ਨੂੰ ਸੁਖਾਲਾ ਬਣਾਈਏ। ਵਾਹਿਗੁਰੂ ਜੀ ਦਾ ਖਾਲਸਾ।